ਵਾਹਿਗੁਰੂ 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 ਕਾਮ ਕ੍ਰੋਧ ਲੋਭ ਝੂਠ ਨਿੰਦਾ ਅੰਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਰੋ ਆਪਨ ਨਿਕਟ ਬੁਲਾਵੋ ਆਪਣੀ ਬੇਦ ਆਪ ਜਨਾਵੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਗੁਰੂ ਪਿਆਰੀ ਸਾਧ ਸੰਗਤ ਆਪ ਭਲੀ ਪ੍ਰਕਾਰ ਸੰਗਤਾਂ ਜਾਣਦੀਆਂ ਹੋ ਜੋ ਕਿ ਅੱਜ ਦਾ ਦਿਹਾੜਾ ਜਿਹੜਾ ਹੈ ਚੱਲ ਰਹੀ ਰਵਾਇਤ ਅਨੁਸਾਰ ਇਹਨੂੰ ਸੰਗਰਾਂਦ ਦਾ ਦਿਹਾੜਾ ਮੰਨਿਆ ਜਾਂਦਾ ਹੈ। ਆਪ ਜੀ ਨੇ ਸਰਵਣ ਕੀਤਾ ਹੈ ਕਿ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਸਿੱਖਾਂ ਦੇ ਕਹਿਣ 'ਤੇ 12ਵਾਂ ਉਚਾਰਨ ਕੀਤਾ ਹੈ। ਤੁਖਾਰੀ ਰਾਗ ਦੇ ਵਿੱਚ ਜਿਹਨੂੰ ਸਰਦ ਰੁੱਤ ਦਾ ਰਾਗ ਕਿਹਾ ਜਾਂਦਾ ਹੈ। ਅਤੇ ਫਿਰ ਸਮਾਂ ਆਇਆ ਪੰਜਵੇਂ ਪਾਤਸ਼ਾਹ ਵੇਲੇ ਸਿੱਖ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਆਪ ਵੀ 12 ਮਹੀਨਿਆਂ ਦੀ ਕੋਈ ਰਚਨਾ ਇਹੋ ਜਿਹੀ ਕਰ ਦਿਓ ਤਾਂ ਕਿ ਜਿਹੜੇ ਕਈ ਲੋਕ ਜਾ ਕੇ ਪੰਡਤਾਂ ਨੂੰ ਜਾਂ ਹੋਰ ਕਿਤੇ ਜਾ ਕੇ ਪੁੱਛਦੇ ਹਨ ਸੰਗਰਾਂਦ ਦਾ ਦਿਨ ਉਹਨਾਂ ਦੇ ਮੂੰਹ ਤੋਂ ਸੁਣਦੇ ਹਨ। ਅਤੇ ਇਸ ਕਰਕੇ ਆਪ ਜੀ ਕਿਰਪਾ ਐਸੀ ਕਰੋ ਅਤੇ ਗੁਰੂ ਕੇ ਸਿੱਖ ਗੁਰੂ ਦੀ ਆਗਿਆ ਅਨੁਸਾਰ ਚੱਲ ਸਕਣ, ਆਪ ਜੀ ਦੇ ਬਚਨ ਸੁਣ ਕੇ ਉਹਦੇ ਅਨੁਸਾਰ ਜੀਵਨ ਬਣਾ ਸਕਣ। ਮਹਾਰਾਜ ਜੀ ਕਹਿਣ ਲੱਗੇ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਇਹ ਤੁਖਾਰੀ ਰਾਗ ਦੇ ਵਿੱਚ 12 ਮਾਹ ਦੀ ਰਚਨਾ ਕੀਤੀ ਹੈ। ਸਿੱਖਾਂ ਕਿਹਾ ਮਹਾਰਾਜ ਉਹ ਬੜੀ ਗੋਝ ਵਾਲੀ ਬਾਣੀ ਹੈ ਅਤੇ ਸਾਡੀ ਮੱਤ ਜਿਹੜੀ ਹੈ ਹਰੇਕ ਨੂੰ ਛੇਤੀ ਸਮਝ ਨਹੀਂ ਆ ਸਕਦੀ, ਉਹਦੇ ਭਾਵ ਅਰਥ ਦੀ ਡੂੰਘਾਈ ਵਾਲੇ ਅਰਥ ਹਨ। ਆਪ ਕਿਰਪਾ ਕਰੋ ਕੁਝ ਸਿਖਾਇਣ ਬੋਲੀ ਦੇ ਵਿੱਚ ਇਹ ਬਖਸ਼ਿਸ਼ ਕਰ ਦਿਓ। ਤਾਂ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰਾਂ ਨੇ ਫਿਰ ਮਾਝ ਰਾਗ ਦੇ ਵਿੱਚ ਉਹ 12ਵਾਂ ਰਚਨਾ ਕੀਤਾ। ਸੋ ਆਪਾਂ ਇਹ ਜਿਹੜਾ ਹੈ ਇਸ ਵੇਲੇ ਗੁਰੂ ਦੀ ਕਿਰਪਾ ਅਨੁਸਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਕਿਰਪਾ ਕੀਤੀ ਹੈ ਉਹਦੇ ਅਨੁਸਾਰ ਇਹ ਅੱਜ ਦੀ ਵਿਚਾਰ ਦੇ ਨਾਲ ਕੋਈ ਸਾਂਝ ਪਾਉਣ ਦਾ ਯਤਨ ਕਰੀਏ ਅਤੇ ਨਾਲ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਵੀ ਗਵਾਹੀ ਹੈ ਜੋ ਉਹਨਾਂ ਨੇ ਕਿਰਪਾ ਕਰਕੇ ਇਹ ਵੀ ਕਹਿ ਲਈਏ ਕਿ ਤੁਖਾਰੀ ਰਾਗ ਦੀ ਸਤਿਗੁਰਾਂ ਜੀ ਪੰਜਵੇਂ ਪਾਤਸ਼ਾਹ ਜੀ ਨੇ ਆਪ ਫਿਰ ਇੱਕ ਵਿਆਖਿਆ ਕਰਕੇ ਸਾਡੇ ਲਈ ਪਰਉਪਕਾਰ ਕੀਤਾ ਹੈ। ਅਤੇ ਇਹ ਗੁਰੂ ਕੀ ਸਾਧ ਸੰਗਤ ਜੋ ਸਮੇਂ ਦੇ ਹਿਸਾਬ ਨਾਲ ਅੱਜ ਮੰਨੇ ਹਰਨਾਮ ਪਦਾਰਥ ਨਾਨਕ ਮੰਗੈ, ਪਰਮੇਸ਼ਰ ਨੇ ਜੋ ਕੀਤਾ ਉਹਨੂੰ ਸਤ ਕਰਕੇ ਮੰਨਿਆ। ਅਤੇ ਗੁਰੂ ਕੀ ਸਾਧ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਪਾਸ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਇਸ ਸੰਸਾਰ ਵਿੱਚ ਆਪਣੇ ਭਲੇ ਅਤੇ ਸੁਖ ਲਈ ਅਤੇ ਜੀਵਨ ਦੀ ਸਫਲਤਾ ਵਾਸਤੇ ਕੋਈ ਕਿਸੇ ਨਾਲ ਜੁੜਦਾ ਹੈ, ਕੋਈ ਕਿਸੇ ਨਾਲ ਜੁੜਦਾ ਹੈ ਅਤੇ ਸਾਨੂੰ ਕਿਸ ਨਾਲ ਜੁੜਨਾ ਚਾਹੀਦਾ ਹੈ। ਅਤੇ ਸਤਿਗੁਰਾਂ ਫਰਮਾਇਆ ਹੈ ਕਿ ਗੁਰੂ ਪਿਆਰਿਓ ਗੁਰੂ ਕੇ ਸਿੱਖੋ ਆਪਣੇ ਕਾਰਜ ਆਪਣੇ ਹੋਰ ਸਾਰਥਾਂ ਵਾਸਤੇ ਉਹਨਾਂ ਦੀ ਸਫਲਤਾ ਵਾਸਤੇ ਜੇ ਉਹਨਾਂ ਨੂੰ ਸਫਲ ਕਰਨਾ ਚਾਹੁੰਦੇ ਹੋ ਤਾਂ ਸਰਬ ਸ਼ਕਤੀਵਾਨ ਪਰਮੇਸ਼ਰ ਨਾਲ ਜੁੜਨਾ ਕਰੋ। ਇਸ ਪ੍ਰਥਾਏ
ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਰੰਭਤਾ ਵਿੱਚ ਬਚਨ ਕਿਹਾ ਹੈ। ਤੁਖਾਰੀ ਰਾਗ ਦੇ ਵਿੱਚ ਜਿੱਥੋਂ 12ਵਾਂ ਇਸ ਮਹੀਨੇ ਦੀ ਵਿਚਾਰ ਸ਼ੁਰੂ ਹੁੰਦੀ ਹੈ, ਮਹਾਰਾਜ ਜੀ ਦਾ ਫਰਮਾਨ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਕਹਿੰਦੇ ਮਾਹ ਕਹਿੰਦੇ ਮਹੀਨੇ ਨੂੰ, ਜੇਠ ਦਾ ਅਰਥ ਹੈ ਵੱਡਾ। ਕਹਿੰਦੇ ਜੇਠ ਵੱਡਾ ਹੈ ਮਹੀਨਾ, ਕਿਉਂਕਿ ਇਹਦੇ ਵਿੱਚ ਦਿਨ ਵੱਡੇ ਮੰਨੇ ਜਾਂਦੇ ਹਨ, ਗਰਮੀ ਵੱਡੀ ਹੁੰਦੀ ਹੈ। ਸੋ ਇਸ ਕਰਕੇ ਇਹ ਜੇਠ ਜੋ ਵੱਡਾ ਹੈ, ਇਸੇ ਤਰ੍ਹਾਂ ਤਰ ਤੀਬਰ ਵੈਰਾਗ ਹੁਆ ਹੈ ਇਸ ਮਹੀਨੇ ਦੇ ਵਿੱਚ, ਕਿਉਂਕਿ ਵੈਰਾਗ ਦੇ ਵੱਖ-ਵੱਖ ਰੂਪ ਦੱਸੇ ਹਨ ਵਿਦਵਾਨਾਂ ਨੇ, ਮਹਾਂਪੁਰਖਾਂ ਨੇ। ਕੋਈ ਮੰਦ ਵਿਰਾਗ ਹੈ, ਕੋਈ ਇੰਦਰੇ ਵਿਰਾਗ ਹੈ, ਇਸ ਤਰ੍ਹਾਂ ਕਰਕੇ ਇਹਨਾਂ ਦੀਆਂ ਵੱਖ-ਵੱਖ ਕਿਸਮਾਂ ਨਾਲ। ਇੱਥੇ ਹੁਣ ਤਰ ਤੀਬਰ ਵਿਰਾਗ ਦੀ ਵਿਚਾਰ ਹੈ ਕਿ ਬਹੁਤ ਜਿਹੜਾ ਖਿੱਚ ਵਾਲਾ ਵਿਰਾਗ ਹੈ। ਤਿਸਮੇ ਭਲਾ ਪ੍ਰੀਤਮ ਵਾਹਿਗੁਰੂ ਮੇਰੇ ਕੋ ਕਿਉਂ ਵਿਸਰੇ, ਭਾਵ ਜੈ ਕਿ ਮੰਦ ਵਿਰਾਗ ਮੈਂ, ਜਦੋਂ ਵਿਰਾਗ ਮੰਦ ਵਿਰਾਗ ਉਹ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਗ੍ਰਸਤ ਵਿੱਚੋਂ ਜਾਂ ਕਿਸੇ ਕਾਰਨ ਕਰਕੇ ਵਿਰਾਗ ਹੋ ਜਾਣਾ ਅਤੇ ਥੋੜ੍ਹੇ ਚਿਰ ਬਾਅਦ ਫਿਰ ਹਟ ਜਾਣਾ, ਉਹਨੂੰ ਮੰਦ ਵਿਰਾਗ ਕਹਿੰਦੇ ਹਨ। ਕਹਿੰਦੇ ਉਹੋ ਜਿਹੇ ਵਿਰਾਗ ਵਿੱਚ ਭਾਵੇਂ ਕੋਈ ਵਿਛੋੜਾ ਹੋ ਵੀ ਜਾ ਰਹੇ, ਵਿਛੋੜਾ ਹੋ ਜਾਂਦਾ ਹੈ, ਕੋਈ ਵਿਸਰ ਜਾਂਦਾ ਪਰਮੇਸ਼ਰ ਨੂੰ, ਉਹ ਕੋਈ ਅਚਰਜ ਗੱਲ ਨਹੀਂ ਮੰਨੀ ਜਾਂਦੀ, ਜੋ ਤਾਂ ਕਈਆਂ ਨੂੰ ਹੁੰਦਾ ਹੈ। ਹੁਣੇ ਵਿਰਾਗੀ ਹੋ ਗਏ, ਕਹਿਣਾ ਬੜੀ ਉੱਚੀ ਅਵਸਥਾ ਸਾਡੀ ਇਹ ਦੁਨੀਆ 'ਤੇ ਐਵੇਂ ਖੇਡ ਹੈ, ਅਤੇ ਫਿਰ ਥੋੜ੍ਹੇ ਸਮੇਂ ਬਾਅਦ ਮਾਇਆ ਦੇ ਮਗਰ ਭੱਜੇ ਫਿਰਨਾ ਤਰ ਲੈ ਲੈਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਐਸੇ ਮੰਦ ਵਿਰਾਗ ਦੇ ਵੱਖਰੇ ਕਾਰਨ ਹਨ। ਜਿਹੜਾ ਤਰ ਤੀਬਰ ਵਿਰਾਗ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਹੋ ਚੁੱਕਾ ਹੈ, ਅਤੇ ਕਹਿੰਦੇ ਇਸ ਕਰਕੇ ਭਲਾ ਪ੍ਰੀਤਮ ਤੋਂ ਬਿਨਾਂ ਮਿਲੇ, ਪ੍ਰੀਤਮ ਤੋਂ ਮਿਲਣ ਤੋਂ ਬਿਨਾਂ ਜੋ ਦੁੱਖ ਹੈ, ਉਹ ਕਹਿੰਦੇ ਹਨ ਇੰਨਾ ਦੁੱਖ ਲੱਗਦਾ ਹੈ, ਥਲ ਤਾਪੇ ਸਰ ਭਾਰ ਸਾ ਤਨ ਬਿਨੋ ਕਰੇ। ਜਿਵੇਂ ਸਤਿਗੁਰੂ ਜੀ ਕਹਿੰਦੇ ਹਨ, ਹਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਭ ਨਵੰਨ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਜਿਵੇਂ ਜੇਠ ਦਾ ਮਹੀਨਾ ਵੱਡਾ ਹੈ, ਉਹਦੇ ਅੱਗੇ ਸਾਰੇ ਨਿਉਂਦੇ ਹਨ। ਸੰਤ ਭਗਤ ਮਹਾਂਪੁਰਖ ਦੀ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਵੀ, ਭਾਵੇਂ ਕਿਸੇ ਕਾਰਨ ਉਹਨਾਂ ਦੀ ਵਿਚਾਰ ਵੱਖਰੀ ਹੋਵੇ ਅਤੇ ਮਾਇਆ ਧਾਰੀ ਵੀ ਝੁਕ ਜਾਂਦੇ ਹਨ। ਉਹਨਾਂ ਦਾ ਝੁਕਣਾ ਭਾਵੇਂ ਕੋਈ ਅੰਤਰ ਹੈ, ਰਾਜੇ ਵੀ ਝੁਕਦੇ ਹਨ। ਹਰ ਕੋਈ ਕਹਿੰਦਾ ਪਰਮੇਸ਼ਰ ਨੂੰ ਮੈਂ ਮੰਨਦਾ ਹਾਂ, ਭਾਵੇਂ ਵੱਖੋ ਵੱਖ ਵਿਚਾਰ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਭ ਨੂੰ ਚਾਹੀਦਾ ਹੈ ਕਿ ਉਹਦੇ ਵਾਸਤੇ ਇਹ ਮਹੀਨਾ, ਜਾਂ ਇਹ ਗਰਮੀ ਜਾਂ ਵੱਡੇ ਦਿਨ ਜਾਂ ਇਹ ਜੇਠ ਦਾ ਮਹੀਨਾ ਭਲਾ ਉਹਦੇ ਵਾਸਤੇ ਹੈ ਜਿਹੜਾ ਉਹਦੇ ਨਾਲ ਜੁੜ ਜਾਵੇਗਾ। ਪਰਮੇਸ਼ਰ ਨਾਲ ਜੁੜਨਾ ਜਿਹੜਾ ਉਹੀ ਸਫਲ ਹੈ, ਕਿਉਂਕਿ ਦੁਨੀਆ ਦੇ ਲੋਕ ਆਪਣੀ ਸਾਂਝ ਬਣਾਉਣ ਵਾਸਤੇ, ਆਪਣੀ ਵਡਿਆਈ ਬਣਾਉਣ ਵਾਸਤੇ, ਆਪਣੇ ਸਵਾਰਥਾਂ ਵਾਸਤੇ ਕੋਈ ਕਿਸੇ ਨਾਲ ਜੁੜਦਾ, ਕੋਈ ਕਿਸੇ ਨਾਲ ਜੁੜਦਾ, ਕਿਸੇ ਦਾ ਕਿਸੇ ਨਾਲ ਧੜਾ ਪਾਲਟੀ ਹੈ, ਕੋਈ ਕਿਸੇ ਨਾਲ ਪਾਲਟੀ ਬਣਾਉਂਦਾ ਹੈ। ਅਤੇ ਰੱਬ ਦੇ ਪਿਆਰਿਆਂ ਦੀ ਇਹਦੇ ਤੋਂ ਨਿਰਾਲੀ ਅਵਸਥਾ ਹੁੰਦੀ ਹੈ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਦੀ। ਸਤਿਗੁਰੂ ਜੀ ਜਿਵੇਂ ਕਥਨ ਕਰਦੇ, ਭਗਤਾਂ ਕੀ ਚਾਲ ਨਿਰਾਲੀ, ਅਤੇ ਉਹ ਔਖੇ ਬਿਖਮ ਰਸਤੇ ਨੂੰ ਹੀ ਭਾਵੇਂ ਤੈਅ ਕਰ ਜਾਂਦੇ ਹਨ, ਉਹ ਤੋਂ ਪਿੱਛੇ ਨਹੀਂ ਮੁੜਦੇ ਅਤੇ ਉੱਚੀ ਅਵਸਥਾ 'ਤੇ ਪਹੁੰਚ ਜਾਂਦੇ ਹਨ। ਅਤੇ ਇਸ ਕਰਕੇ ਮਹੀਨੇ ਵਿੱਚ ਤਰ ਤੀਬਰ ਤਰ ਤਮ ਵੈਰਾਗ ਸਹਿਤ ਹੋ ਕੇ ਇੰਨੀ ਅਵਸਥਾ ਜਿਨ੍ਹਾਂ ਦੀ ਬਣ ਜਾਂਦੀ ਹੈ, ਅਤੇ ਪਰਮੇਸ਼ਰ ਨਾਲ ਜੁੜਨਾ ਚਾਹੀਦਾ ਹੈ। ਅਤੇ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ, ਅਤੇ ਮਹਾਰਾਜ ਕਥਨ ਕਰਦੇ, ਹਰਸਿਓ ਜੁਰੇ ਤਾਂ ਸਭ ਕੋ ਅਮੀਤ, ਹਰਸਿਓ ਜੁਰੇ ਤਾਂ ਨਹਿ ਚਲ ਚੀਤ, ਹਰਸਿਓ ਜੁਰੇ ਨਾ ਵਿਆਪੇ ਕਾੜਾ, ਹਰਸਿਓ ਜੁਰੇ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ ਤੂੰ ਹਰਸਿਓ ਜੋਰ, ਕਾਜ ਤੁਹਾਰੇ ਨਾ ਹੀ ਹੋਰ। ਕਹਿੰਦੇ ਵਾਹਿਗੁਰੂ ਨਾਲ ਮਿਲਣ ਤੋਂ ਬਿਨਾਂ, ਉਹਦੇ ਨਾਲ ਜੁੜਨ ਤੋਂ ਬਿਨਾਂ ਕੋਈ ਕੰਮ ਤੇਰਾ ਸਫਲ ਨਹੀਂ। ਅਤੇ ਹੋਰ ਧੜੇ ਜਿਹੜੇ ਹਨ, ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ।
किसी धड़ा किया सिकदार चौधरी नाल अपने सवाई, हमारा धड़ा हर रहा समाई। कोई धड़ा किसी किदे नाल कहंदा, कोई मित्र पुत्र ना बनाउंदा, कोई कुड़मां दे नाल बनाउंदा कि चंगे साग मिल जाण धड़े वाले, किते लोड़ पै गई मदद करनगे। ਜਿਹੜੇ ਕਈ ਪਰਮੇਸ਼ਰ ਦੇ ਪ੍ਰੇਮ ਵਾਲੇ ਉਹ ਤੇ ਕਹਿੰਦੇ ਸਾਨੂੰ ਭਲਾ ਮਾਨਸ ਬੰਦਾ ਲੱਭ ਜਾਵੇ, ਤੇ ਕਈ ਕਹਿੰਦੇ ਲੜਾਕਾ ਮਿਲ ਜਾਵੇ ਤੇ ਚੰਗਾ, ਕਿਤੇ ਇਹਨਾਂ ਨਾਲ ਲੋਕ ਸਾਡੇ ਤੋਂ ਡਰਨਗੇ। ਤੇ ਕਿਸੇ ਨੇ ਚੌਧਰੀ ਨਾਲ, ਅਫਸਰਾਂ ਦੇ ਨਾਲ, ਕਿਸੇ ਹੋਰ ਵੱਡੇ ਬੰਦੇ ਦੇ ਨਾਲ ਆਪਣੇ ਸਵਾਰਥ ਵਾਸਤੇ ਧੜਾ ਬਣਾਇਆ। ਕਹਿੰਦੇ ਸਾਡਾ ਧੜਾ ਤੇ ਪਰਮੇਸ਼ਰ ਨਾਲ ਹੈ, ਪਰਮੇਸ਼ਰ ਦੇ ਬੰਦਿਆਂ ਨਾਲ ਹੈ। ਫਿਰ ਕਹਿੰਦੇ ਜਿਹੜੇ ਜੁੜ ਗਏ, ਧਰੂ ਭਗਤ ਵਰਗੇ ਜੁੜ ਗਏ, ਜਿਨ੍ਹਾਂ ਨੂੰ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਖਿੱਚ ਕੇ ਬਾਹਰ ਕਰ ਦਿੱਤਾ ਸੀ, ਤੇ ਜੇ ਉਹ ਪਰਮੇਸ਼ਰ ਨਾਲ ਜੁੜ ਗਏ ਤੇ ਵੇਖੋ ਪਰਲੋਕ ਵਿੱਚ ਵੀ ਅਟਲ ਪਦਵੀ ਉਹਦੀ ਅੱਜ ਤੱਕ ਮੰਨੀ ਜਾਂਦੀ ਹੈ। ਭਾਵੇਂ ਕੋਈ ਸਾਇੰਸ ਦੇ ਹਿਸਾਬ ਨਾਲ ਗਿਣਦਾ, ਭਾਵੇਂ ਕੋਈ ਪਰਮਾਰਥ ਦੇ ਹਿਸਾਬ ਨਾਲ ਗਿਣਦਾ ਹੈ, ਹਰ ਕੋਈ ਉਸ ਗੱਲ ਦਾ ਜ਼ਿਕਰ ਕਰਦਾ ਹੈ। ਇਹ ਧਰੂ ਦਾ ਟਿਕਾਣਾ ਜਿਹੜਾ ਅਟਲ ਹੈ, ਉਹਨੂੰ ਕੋਈ ਹਿਲਾਉਣ ਵਾਲਾ ਨਹੀਂ। ਬਾਕੀ ਸਾਰਾ ਤਾਰਾ ਮੰਡਲ ਜਾਂ ਸਭ ਕੁਝ ਘੁੰਮਦਾ ਹੈ, ਤੇ ਧਰੂ ਆਪਣੀ ਜਗ੍ਹਾ 'ਤੇ ਰੁਕਿਆ ਹੈ, ਇੱਕ ਉਹਨੂੰ ਪੱਕਾ ਟਿਕਾਣਾ ਮਿਲਿਆ ਹੈ। ਤੇ ਫਿਰ ਮਹਾਰਾਜ ਦੇ ਨਾਲ ਜੁੜਨ ਕਰਕੇ 36,000 ਯੁੱਗ ਉਹਨੇ ਰਾਜ ਕੀਤਾ ਹੈ, 36,000 ਬਰਸ। ਤੇ ਇਸ ਕਰਕੇ ਇਹ ਨਾਮ ਦੀ ਵਡਿਆਈ ਹੈ, ਤੇ ਜਿਹੜਾ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ ਉਹਦੀਆਂ ਬਰਕਤਾਂ ਹਨ। ਹੋਰ ਬੇਅੰਤ ਗੁਰ ਸਿੱਖਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਹਨ। ਉਹ ਪਰਮੇਸ਼ਰ ਸਰਬ ਕਲਾ ਸਮਰੱਥ ਹੈ, ਉਹਦੀ ਤਾਕਤ ਦਾ ਕੋਈ ਅੰਤ ਨਹੀਂ। ਨੀਕੀ ਕੀੜੀ ਮੈਂ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ। ਛੋਟੀ ਜਿਹੀ ਕੀੜੀ ਬੜੇ ਬੜੇ ਹਾਥੀਆਂ ਨੂੰ ਮਾਰ ਦਿੰਦੀ ਹੈ, ਫੌਜਾਂ ਦੇ ਲਸ਼ਕਰ ਜਿਹੜੇ ਸਵਾਹ ਕਰ ਦਿੰਦੀ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਇਹ ਉਹਦੀ ਬਰਕਤ ਹੈ। ਇਸ ਕਰਕੇ ਜਿਸ ਦੀ ਸ਼ਕਤੀ ਕਰਕੇ ਫੌਜਾਂ ਦੀ, ਧਨ ਦੀ, ਵਿਭੂਤੀ ਦੀ, ਜਾਇਦਾਦ ਦੀ ਤਾਕਤ ਵਾਲੇ, ਜਿਸਮਾਨੀ ਵਿਦਿਆ, ਬੁੱਧੀ, ਕਥਨੀ ਦੇ ਬਲ ਵਾਲੇ, ਸਿੱਧੀਆਂ ਦੇ ਬਲ ਵਾਲੇ, ਇਹੋ ਜਿਹੇ ਜਿੰਨੀਆਂ ਵੀ ਕਿਸੇ ਕੋਲ ਤਾਕਤਾਂ ਸ਼ਕਤੀਆਂ ਹਨ, ਉਹ ਸਾਰੇ ਪਰਮੇਸ਼ਰ ਨਾਲ ਜੁੜਦੇ ਹਨ। ਕਿਉਂ ਕਿ ਇਹ ਪਤਾ ਹੈ ਕਿ ਉਹਦੇ ਨਾਲ ਜੁੜਿਆਂ ਜੋ ਕਿਤਿਓਂ ਕੁਝ ਨਹੀਂ ਪ੍ਰਾਪਤ ਹੁੰਦਾ, ਉੱਥੋਂ ਮਿਲ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਮਹੀਨਾ ਭਲਾ ਹੈ, ਮਾੜਾ ਨਹੀਂ, ਪਰ ਜੇ ਉਹਦੇ ਨਾਲ ਜੁੜ ਜਾਈਏ ਉਹੀ ਰੁੱਤ ਚੰਗੀ ਹੈ, ਜਦੋਂ ਉਹਦੇ ਨਾਲ ਜੁੜ ਜਾਈਏ। ਇਸ ਕਰਕੇ ਥਲ ਤਾਪੇ ਸਰ ਭਾਰ, ਸਾ ਤਨ ਬਿਨੋ ਕਰੇ। ਕਹਿੰਦੇ ਹਨ ਇਸ ਕਰਕੇ ਪਰਮੇਸ਼ਰ ਅੱਗੇ ਬੇਨਤੀ ਕਰਦੇ, ਵਾਹਿਗੁਰੂ ਤੇਰੇ ਵਿਜੋਗ ਰੂਪ ਅਗਨੀ ਕਰਕੇ ਸਾਡਾ ਜਿਹੜਾ ਥਲ, ਕਹਿੰਦੇ ਅੰਤੇਕਰਨ, ਸਾਡਾ ਹਿਰਦਾ ਜਿਹੜਾ ਹੈ ਉਹ ਭੱਠ ਦੀ ਨਿਆਈ, ਭੱਠ ਦੇ ਬਰਾਬਰ ਜਿਵੇਂ ਭੱਠਾ ਤਪਦਾ ਹੈ, ਇਸ ਤਰ੍ਹਾਂ ਉਹ ਤਪ ਰਿਹਾ ਹੈ। ਠੰਡ ਨਹੀਂ ਸਾਨੂੰ ਪੈ ਰਹੀ, ਸ਼ਾਂਤੀ ਨਹੀਂ ਆ ਰਹੀ। ਇਸ 'ਤੇ ਮੈਂ ਇਸਤਰੀ ਰੂਪ ਅਜੀਵ ਆਪ ਅੱਗੇ ਬੇਨਤੀ ਕਰਦੀ ਹਾਂ, ਮੇਰੀ ਬੇਨਤੀ ਪ੍ਰਵਾਨ ਕਰੋ। ਮਹਾਰਾਜ ਆਪ ਦੇ ਨਾਲ ਜੋੜਨਾ ਕਰੋ, ਤੁਹਾਡੇ ਨਾਲ ਮੇਰਾ ਪ੍ਰੇਮ ਪੱਕਾ ਬਣ ਜਾਵੇ। ਤਨ ਬਿਨੋ ਕਰੇ ਦੀ ਗੁਣ ਸਾਰੇ, ਦੀ ਗੁਣ ਸਾਰੀ ਪ੍ਰਭ ਭਾਵਾ। ਕਹਿੰਦੇ ਮੈਂ ਇਸਤਰੀ ਮਹਾਰਾਜ ਬਚਨਾ ਕਰਕੇ, ਬਾਣੀ ਕਰਕੇ ਤੇਰੇ ਅੱਗੇ ਬੇਨਤੀ ਕਰ ਰਹੀ ਹਾਂ, ਭਾਵ ਜ਼ਬਾਨ ਦੇ ਨਾਲ ਤੇਰੇ ਅੱਗੇ ਤਰਲੇ ਪਾ ਰਹੀ ਹਾਂ, ਔਰ ਤੇਰੀ ਕਿਰਪਾ ਦੇ ਖਜ਼ਾਨੇ ਕਰਕੇ, ਚੰਗੇ ਕਿਰਪਾ ਦੇ ਗੁਣ ਮਨ ਕਰਕੇ ਸੰਭਾਲਦੀ ਹਾਂ। ਤੇਰੇ ਗੁਣਾਂ ਨੂੰ ਜਿਨ੍ਹਾਂ ਸਾਂਭ ਕੇ ਰੱਖਿਆ ਹੈ, ਅਤੇ ਉਹ ਸੰਭਾਲਣੇ 'ਤੇ ਇਹ ਲਾਭ ਹੁੰਦਾ ਹੈ ਕਿ ਜੇ ਗੁਣ ਸੰਭਾਲੇਗੀ, ਮੈਂ ਸੰਭਾਲ ਲਵਾਂ, ਉਹ ਤੇਰੇ ਗੁਣਾਂ ਨੂੰ ਸੰਭਾਲ ਲਵਾਂਗੀ, ਅਤੇ ਵਾਹਿਗੁਰੂ ਪਰਮੇਸ਼ਰ ਜੀ ਮੈਂ ਤੈਨੂੰ ਚੰਗੀ ਲੱਗਾਂਗੀ, ਤੈਨੂੰ ਭਾ ਜਾਵਾਂਗੀ। ਕਿਉਂਕਿ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗਾ, ਉਹ ਜੀ ਉਹ ਚੰਗਾ ਤਾਂ ਲੱਗਦਾ ਹੈ ਜਿਹਨੇ ਪਰਮੇਸ਼ਰ ਦੇ ਕੀਤੇ ਨੂੰ ਚੰਗਾ ਕਹਿ ਦਿੱਤਾ। ਜਿਹੜਾ ਕਹਿੰਦਾ ਜੋ ਤੁਧ ਭਾਵੇ ਸਾਈ ਭਲੀ ਕਾਰ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਹੁਣ ਇੱਥੇ ਕਈ ਕਹਿੰਦੇ ਜੀ ਰੰਗ ਸਭੇ ਨਾ ਰਹਿਣੇ, ਜੇਤੇ ਮਨ ਭਵਨ ਭਾਵੇਂ ਹਰਿਆ ਪਾ ਲਓ, ਲਾਲ ਪਾ ਲਓ। ਇੱਥੇ ਉਹ ਰੰਗ ਨਹੀਂ ਕਿਹਾ, ਇੱਥੇ ਕਿਹਾ ਉਹਦਾ ਹੁਕਮ, ਉਹਦੇ ਜਿਹੋ ਜਿਹੇ ਵੀ ਉਹ ਸਮਾਂ ਵਿਖਾਉਂਦਾ ਹੈ,
ਜਾਂ ਕਿਸੇ ਨੂੰ ਜਿੰਨੇ ਆਨੰਦ ਪ੍ਰਾਪਤ ਹੋਏ ਹਨ, ਇਹ ਰੰਗ ਦਾ ਜ਼ਿਕਰ ਕੀਤਾ ਹੈ। ਇਸ ਕਰਕੇ ਮਹਾਰਾਜ ਤੇਰੇ ਗੁਣ ਸਾਡੇ ਵਿੱਚ ਆ ਜਾਣ, ਜਿਹੜੇ ਸ਼ੁਭ ਗੁਣ ਹਨ, ਤੇ ਮੈਂ ਤੈਨੂੰ ਚੰਗਾ ਲੱਗਾ। ਕਿਉਂਕਿ ਜਿਹਦੇ ਕੋਲ ਚੰਗੇ ਗੁਣ ਆਉਣ, ਪਰਮੇਸ਼ਰ ਦੇ ਨੇੜੇ ਹੈ। ਜਿਹਦੇ ਕੋਲੋਂ ਗੁਣ ਘਟ ਜਾਂਦੇ, ਔਗਣ ਆ ਜਾਂਦੇ ਹਨ, ਉਹ ਦੂਰ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਦੇ ਔਗਣ ਵੇਖਦੇ, ਅਸੀਂ ਦੂਰ ਹੁੰਦੇ ਜਾਂਦੇ ਹਾਂ, ਆਪਣੇ ਰਸਤੇ ਤੋਂ, ਮੰਜ਼ਿਲ ਤੋਂ ਹੋਰ ਪਛੜ ਜਾਂਦੇ ਹਾਂ। ਜੇ ਚੰਗੇ ਗੁਣਾਂ ਵਾਲੇ ਵੇਖੀਏ ਤਾਂ ਅਸੀਂ ਨੇੜੇ ਹੋ ਜਾਂਦੇ ਹਾਂ। ਇਸ ਕਰਕੇ ਕਿਸੇ ਦੇ ਔਗਣਾਂ ਨੂੰ ਨਾ ਤੱਕੋ। ਜੇ ਕੋਈ ਦਿਸਦਾ ਵੀ ਹੈ ਤਾਂ ਪਰਮੇਸ਼ਰ ਅੱਗੇ ਧਿਆਨ ਬੇਨਤੀ ਕਰੋ, ਮਹਾਰਾਜ ਤੂੰ ਸਭ ਨੂੰ ਬਖਸ਼ ਲਾ, ਸਭ ਦਾ ਭਲਾ ਕਰ, ਸਮੱਤ ਬਖਸ਼, ਅਤੇ ਜਿਹੜੇ ਗੁਣ ਇਕੱਠੇ ਕਰੋ। ਜੇ ਗੁਣ ਹੋਣ ਸਾਜ ਨਾ ਮਿਲ ਸਾਂਝ ਕਰੀ ਜਾਏ। ਕਿਸੇ ਦਾ ਕਾਲਾ ਪਾਸਾ ਨਹੀਂ ਵੇਖਣਾ ਚਾਹੀਦਾ, ਚੰਗੀ ਮੱਤ ਲੈਣੀ ਚਾਹੀਦੀ ਹੈ। ਅਤੇ ਤੇਰੇ ਗੁਣ ਸੰਭਾਲਣ ਰੂਪੀ ਭਗਤੀ ਜਿਹੜੀ ਹੈ, ਇਹ ਜੇ ਮਹਾਰਾਜ ਤੂੰ ਕਿਰਪਾ ਕਰ ਦੇਵੇਂ, ਸਾਡੇ 'ਤੇ ਮਿਹਰ ਕਰ ਦੇਵੇਂ, ਅਤੇ ਫਿਰ ਬੜੀ ਵੱਡੀ ਤੇਰੀ ਦਇਆ ਸਮਝਾਂਗੇ। ਪਰਮੇਸ਼ਰ ਨੇ ਕਿਹਾ ਜੇ ਤੈਨੂੰ ਭਗਤੀ ਮਿਲ ਗਈ ਤਾਂ ਹੋਰ ਤੈਨੂੰ ਕੀ ਚਾਹੀਦਾ ਹੈ, ਫਿਰ ਕਾਹਦਾ ਘਾਟਾ ਰਹਿ ਗਿਆ। ਅਤੇ ਫਿਰ ਤੂੰ ਮੈਨੂੰ ਮਿਲ ਸਕਦਾ ਹੈ। ਜਿਹਨੂੰ ਭਗਤੀ ਮਿਲ ਗਈ, ਭਗਤੀ ਕਰਨ ਦਾ ਸਮਾਂ ਮਿਲ ਗਿਆ, ਉਹ ਮੇਰੇ ਨਾਲ ਮਿਲ ਸਕਦਾ। ਅਤੇ ਮਹਾਰਾਜ ਜੀ ਕਥਨ ਕਹਿੰਦੇ ਕਰਦੇ ਹਨ ਅੱਗੇ, ਮਹਾਰਾਜ ਮਿਲ ਤੇ ਸਕਦੇ ਹਾਂ, ਪਰ ਜਿਹੜੇ ਸਾਡੇ ਵਿੱਚ ਔਗਣ ਹਨ, ਤੂੰ ਤਾਂ ਆਪਣੇ ਅਸਲ ਟਿਕਾਣੇ 'ਤੇ ਬੈਠਾ ਹੈ, ਉੱਚੀ ਪਦਵੀ 'ਤੇ, ਅਤੇ ਅਸੀਂ ਬਹੁਤ ਨੀਵੇਂ ਹਾਂ ਔਗਣਾਂ ਕਰਕੇ। ਉਹ ਜਿਹੜੇ ਵਕਾਰ ਹਨ, ਔਗਣ ਹਨ, ਉਹ ਤੇਰੇ ਤੱਕ ਸਾਨੂੰ ਆਉਣ ਨਹੀਂ ਦਿੰਦੇ। ਰਾਹ ਵਿੱਚ ਜਿਹੜੇ ਰੋਕ ਲੈਂਦੇ ਹਨ, ਰਾਹ ਮਾਰ ਜਿਹੜੇ ਲੋਕ ਹਨ, ਇਸੇ ਤਰ੍ਹਾਂ ਇੱਧਰ ਵਕਾਰ ਹਨ, ਔਗਣ ਹਨ, ਉਹ ਚੰਗੇ ਪਾਸੇ ਜਾਣ ਨਹੀਂ ਦਿੰਦੇ। ਸਾਚੈ ਮੈਲ ਰਹੇ ਬੈਰਾਗੀ, ਆਵਣ ਦੇ ਤਾ ਆਵਾਂ। ਹੇ ਬੈਰਾਗੀ ਨਿਰਲੇਪ ਸਰੂਪ ਪਰਮੇਸ਼ਰ, ਤੂੰ ਆਪਣੇ ਸੱਚੇ ਮੈਲ ਸਰੂਪ ਦੇ ਵਿੱਚ ਟਿਕਿਆ ਹੋਇਆ ਹੈ। ਕਿਉਂਕਿ ਜਿੱਥੇ ਵੀ ਸੱਚ ਦਾ ਟਿਕਾਣਾ ਹੈ, ਭਾਵੇਂ ਕਿਸੇ ਦਾ ਹਿਰਦਾ ਹੈ, ਭਾਵੇਂ ਕਿਸੇ ਦਾ ਘਰ ਹੈ, ਭਾਵੇਂ ਕਿਸੇ ਦਾ ਨਗਰ ਹੈ, ਗ੍ਰਾਮ ਹੈ, ਜਿੱਥੇ ਸਤ ਸੰਗਤ ਹੈ, ਜਿੱਥੇ ਸੱਚਾ ਪਹਿਰਾ ਚੱਲ ਰਿਹਾ ਹੈ, ਉੱਥੇ ਉਹਦਾ ਟਿਕਾਣਾ ਹੈ। ਕਿਉਂਕਿ ਨਾਰਦ ਮੁਨੀ ਵਰਗੇ ਇੱਕ ਵਾਰ ਕਹਿਣ ਲੱਗੇ ਪਰਮੇਸ਼ਰ ਦੇ ਦਰਸ਼ਨ ਕਰਨੇ ਹਨ, ਬੜੇ ਥਾਈਂ ਗਏ, ਬੜੇ ਤੀਰਥਾਂ 'ਤੇ ਘੁੰਮੇ, ਅਤੇ ਪਰਮੇਸ਼ਰ ਦੇ ਦਰਸ਼ਨ ਨਾ ਉਸ ਸਮੇਂ ਹੋਏ। ਹਾਰ ਹੰਬ ਕੇ ਇੱਕ ਥਾਂ ਵੇਖਿਆ ਸੰਗਤ ਬੈਠੀ ਹੈ, ਪਰਮੇਸ਼ਰ ਦਾ ਜਸ ਹੋ ਰਿਹਾ ਹੈ। ਕਹਿੰਦੇ ਚੱਲ ਇੱਥੇ ਕੁਝ ਸਮਾਂ ਲਾ ਲਈਏ। ਜਾਂ ਉੱਧਰ ਨੂੰ ਤੁਰੇ ਹਾਰ ਕੇ, ਅਤੇ ਵੇਖਿਆ ਤਾਂ ਅੱਗੇ ਪਰਮੇਸ਼ਰ ਦੇ ਭਗਵਾਨ ਦੇ ਦਰਸ਼ਨ ਹੋ ਗਏ। ਕਹਿੰਦੇ ਮਹਾਰਾਜ ਤੂੰ ਚੰਗਾ, ਤੇਰੇ ਨਾਲ ਕੋਈ ਘਰ ਦਾ ਨਾ ਟਿਕਾਣੇ ਦਾ ਪਤਾ ਲੱਗਦਾ। ਮੈਂ ਸਾਰੇ ਥਾਈਂ ਗਿਆ, ਤੇਰੇ ਮੈਨੂੰ ਦਰਸ਼ਨ ਨਹੀਂ ਹੋਏ, ਅਤੇ ਹੁਣ ਮੈਂ ਇੱਥੇ ਹਾਰ ਕੇ ਆ ਗਿਆ, ਅਤੇ ਤੂੰ ਇੱਥੇ ਮਿਲ ਪਿਆ, ਕੀ ਤੇਰਾ ਕੌਤਕ ਹੈ। ਅਤੇ ਨਾਰਦ ਜੀ ਨੂੰ ਪਰਮੇਸ਼ਰ ਨੇ, ਭਗਵਾਨ ਨੇ ਕਿਹਾ ਮੈਨੂੰ ਜੇ ਮਿਲਣਾ ਹੋਵੇ ਨਾ ਕਿਤੇ ਲੱਭਾਂ, ਜਿੱਥੇ ਵੀ ਸੰਗਤ ਹੋ ਰਹੀ ਹੈ, ਸੱਚੀ ਸੰਗਤ ਵਾਹਿਗੁਰੂ ਦਾ ਜਸ ਕਰਦੀ ਹੈ, ਮੈਨੂੰ ਉੱਥੋਂ ਲੱਭ ਲਿਆ ਕਰ। ਤਾਂ ਹੀ ਕਿਹਾ ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਉਹਨੂੰ ਫਿਰ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ, ਉਹਨੂੰ ਕੋਈ ਬੰਨ੍ਹ ਕੇ ਨਹੀਂ ਖੜ ਸਕਦਾ, ਜਾਂ ਕੋਈ ਕਿਸੇ ਬੰਨ੍ਹਣ ਵਿੱਚ ਨਹੀਂ ਪਾ ਸਕਦਾ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ੍ਹ, ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ। ਜਿਹੜਾ ਆਪਣੇ ਮਾਲਕ ਦੇ ਸੱਜਣ ਮਿੱਤਰ ਗੁਰੂ ਦੇ ਪੱਲੇ ਨਾਲ ਜੁੜ ਗਿਆ, ਅਤੇ ਉਹਨੇ ਜਿਹਨੇ ਗੁਰੂ ਦਾ ਪੱਲਾ ਫੜ ਲਿਆ, ਉਹਨੂੰ ਫਿਰ ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ। ਸਾਰੇ ਉਹਦੇ ਅੱਗੇ ਝੁਕ ਜਾਂਦੇ ਹਨ। ਵੱਡੇ ਵੱਡੇ ਜਿਹੜੇ ਪਾਮਰ ਲੋਕ ਹਨ, ਵੱਡੇ ਵੱਡੇ ਸ਼ਕਤੀਆਂ ਵਾਲੇ ਵੀ, ਦੁਸ਼ਮਣ ਵੀ ਸੱਜਣ ਬਣ ਜਾਂਦੇ ਹਨ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ, ਇਹ ਮਾਲਕ ਦਾ ਨਿਯਮ ਸਮਝਿਆ ਹੈ। ਇਸ ਕਰਕੇ ਜਿਵੇਂ ਪਹਿਲੇ ਪਾਤਸ਼ਾਹ ਨੇ ਬਾਬਰ ਦੇ ਜੇਲ੍ਹ ਖਾਨੇ 'ਚੋਂ, ਬੰਦੀ ਖਾਨੇ 'ਚੋਂ ਕੈਦੀ ਛਡਾਏ, ਜਿਨ੍ਹਾਂ ਨੇ ਪਰਮੇਸ਼ਰ ਦਾ ਆਸਰਾ ਤੱਕਿਆ, ਅਤੇ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਰਿਹਾ ਕੀਤਾ। 10ਵੇਂ ਪਾਤਸ਼ਾਹ ਜੀ ਨੇ ਜੋ ਪੂਨੇ ਸਤਾਰੇ, ਭਾਵ ਸਤਾਰੇ ਦੀ ਜੇਲ੍ਹ ਵਿੱਚੋਂ ਬਾਲਾ ਰਾਓ ਅਤੇ ਰੁਸਤਮ ਰਾਓ ਜਿਹੜੇ ਸਨ, ਬੜੇ ਚਿਰ ਦੇ ਕੈਦ ਕੀਤੇ, ਔਰੰਗਜ਼ੇਬ ਦੇ ਕੈਦ ਕੀਤੇ ਹੋਏ, ਅਤੇ ਉਹ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਉਹ ਛਡਾਏ ਹਨ, ਉੱਥੋਂ ਰਿਹਾ ਕੀਤੇ ਹਨ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਇਹ ਜਿਹੜਾ ਉਹਦੇ ਨਾਲ ਜੁੜ ਗਿਆ, ਜਿਹਨੇ ਉਹਦੇ ਚਰਨਾਂ ਦਾ ਆਸਰਾ ਤੱਕ ਲਿਆ, ਉਹਦਾ ਪੱਲਾ ਫੜ ਲਿਆ, ਉਹਨਾਂ 'ਤੇ ਕਿਰਪਾ ਹੁੰਦੀ ਹੈ। ਉਹਨਾਂ ਨੂੰ ਫਿਰ ਜੰਮ ਵੀ ਬੰਨ੍ਹ ਕੇ ਨਹੀਂ ਖੜ ਸਕਦੇ, ਦੁਨੀਆ ਦੇ ਲੋਕ ਤੇ ਥੱਲੇ ਰਹਿ ਗਏ। ਫਿਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਦੀ ਸ਼ਰਨ ਏਡੀ ਵੱਡੀ ਹੈ, ਅਤੇ ਜਿਹਦੇ ਕੋਲ ਚੰਗੇ ਗੁਣ ਆ ਗਏ,
ਜੋ ਮਹਾਰਾਜ ਜੀ ਦੱਸਣ ਦੇ ਹਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਔਗਣਾ ਕਰਕੇ ਤੇਰੇ ਨਾਲ ਮੇਲ ਨਹੀਂ ਹੁੰਦਾ। ਅਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇੱਥੇ ਉਹਦਾ ਭਾਵ ਦੱਸਿਆ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ। ਕਹਿੰਦੇ ਜਿਸ ਪੁਰਸ਼ ਨੇ, ਜਿਹੜੇ ਵਿਅਕਤੀ ਨੇ ਪਰਮੇਸ਼ਰ ਦੇ ਪਿਆਰੇ ਨੇ, ਮਾਣਕ ਤੇ ਮੋਤੀਆਂ ਵਾਂਗੋਂ ਅਮੋਲਕ ਪਰਮੇਸ਼ਰ ਦੇ ਸਿਮਰਨ ਨੂੰ ਯਾਦ ਕੀਤਾ ਹੈ, ਸਿਮਰਿਆ ਹੈ। ਅਤੇ ਮਾਣਕ ਤੋਂ ਭਾਵ ਹੈ ਸੁਣਨਾ, ਸਰਵਣ, ਦਾਤ। ਅਤੇ ਮੰਨਣ ਤੋਂ ਭਾਵ ਹੁੰਦਾ ਹੈ ਸੁਣਨਾ ਅਤੇ ਮੰਨਣਾ ਅਤੇ ਉਹਦੇ ਅਨੁਸਾਰ ਆਪਣਾ ਜੀਵਨ ਢਾਲਣਾ। ਇਹ ਮਾਣਕ ਮੋਤੀ ਅਤੇ ਸ਼ੁੱਧਤਾ ਹੀਰਾ। ਅਤੇ ਮਾਣਕ ਸੁਣ ਲੈਣਾ ਅਤੇ ਮੰਨਣਾ, ਸੁਣ ਕੇ ਫਿਰ ਉਹਦੇ ਅਨੁਸਾਰ ਆਪਣਾ ਜੀਵਨ ਬਣਾਉਣਾ, ਪ੍ਰੈਕਟੀਕਲ ਕਰਨਾ, ਫਿਰ ਸੁਧਾਈ ਹੋ ਜਾਣੀ, ਸ਼ੁੱਧ ਰੱਖਣਾ, ਆਪਣੇ ਆਪ ਨੂੰ ਸੋਧ ਕੇ ਰੱਖਣਾ। ਇਹ ਮੋਤੀ ਦਾ ਭਾਵ ਹੈ ਪ੍ਰਾਪਤ ਹੋ ਜਾਣੇ ਸੁੱਚੇ ਮੋਤੀ। ਸੁੱਚੇ ਮੋਤੀ ਉਹਨੂੰ ਕਿਹਾ ਜਿਹਦੇ ਅੰਦਰ ਸੁਧਾਈ ਹੈ, ਸੋਧ ਹੈ, ਰਹਿਤ ਬਹਿਤ ਸੁੱਚੀ ਹੈ। ਕਿਉਂਕਿ ਸੁੱਚ ਹੋਵੇ ਤਾਂ ਸੱਚ ਪਾਈਏ। ਅਤੇ ਹੀਰਾ ਨਾਲ ਹੈ ਪਰਮੇਸ਼ਰ ਨੂੰ ਕਿਹਾ, ਵਾਹਿਗੁਰੂ ਦਾ ਨਾਮ ਅਤੇ ਪਰਮੇਸ਼ਰ ਜਿਹੜਾ ਹੀਰਾ ਹੈ, ਇਹ ਸਾਰੇ ਗੁਣ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹਦੇ ਕੋਲ। ਅਤੇ ਪਰਮੇਸ਼ਰ ਦੇ ਨਾਲ ਫਿਰ ਉਹਦਾ ਕੋਈ ਵਿਛੋੜਾ ਨਹੀਂ ਪੈਂਦਾ, ਅਤੇ ਨਾ ਹੀ ਉਹਨਾਂ ਨੂੰ ਕੋਈ ਸੰਨ ਲਾ ਕੇ ਚੋਰੀ ਕਰ ਸਕਦਾ ਹੈ। ਚੋਰ ਦਾ ਡਰ ਵੀ ਨਹੀਂ ਰਹਿ ਜਾਂਦਾ। ਨਾ ਅੱਗ ਸਾੜ ਸਕਦੀ, ਨਾ ਹਵਾ ਡਾਲ ਸਕਦੀ, ਨਾ ਪਾਣੀ ਗਾਲ ਸਕਦਾ, ਨਾ ਕੋਈ ਸ਼ਰੀਕ ਖੋਹ ਕੇ ਹਿੱਸਾ ਖੜ ਸਕਦਾ। ਇਹ ਨਾਮ ਦੀ ਉਹਨਾਂ ਸ਼ੁਭ ਗੁਣਾਂ ਦੀ ਵਡਿਆਈ ਇਹ ਵੱਖਰੀ ਹੈ। ਅਤੇ ਜਿਹੜੇ ਕਾਮ ਕ੍ਰੋਧ ਵਿਕਾਰ ਹਨ, ਜਮਦੂਤ ਹਨ, ਇਹ ਕੋਈ ਵੀ ਆਣ ਕੇ ਉਹਦਾ ਨੁਕਸਾਨ ਨਹੀਂ ਕਰ ਸਕਦੇ। ਬਾਦਸ਼ਾਹ ਵਰਗੇ ਵੀ ਕੋਈ ਜਿਹੜੇ ਕਰ ਕੋਈ ਟੈਕਸ ਨਹੀਂ ਲਾ ਕੇ ਉਹਨੂੰ ਤੰਗ ਕਰ ਸਕਦੇ। ਕਿਉਂਕਿ ਪਰਮੇਸ਼ਰ ਦੇ ਨਾਮ ਦਾ ਸ਼ੁਭ ਗੁਣਾਂ ਦਾ ਧਨ ਐਸਾ ਹੈ, ਹਰ ਧਨ ਕੋ ਉਹ ਚੱਕਾ ਨੇੜ ਨਾ ਆਵੀ, ਜਮ ਜਗਾਤੀ ਡੰਡ ਨਾ ਲਗਾਈ, ਸਾਗਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤੇ ਨਾ ਇੱਕ ਵਿਖ ਨਾਲ ਨਾ ਜਾਈ। ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ, ਉਹਨੂੰ ਕੋਈ ਚੋਰ ਚੱਕਾ ਨਹੀਂ ਖੜ ਸਕਦਾ। ਜਮ ਜਿਹੜਾ ਹੈ ਉਹਨੂੰ ਡੰਡ ਨਹੀਂ ਲਾ ਸਕਦਾ, ਸਜ਼ਾ ਨਹੀਂ ਦੇ ਸਕਦਾ। ਭਾਵ ਕੋਈ ਮਸੂਲੀਆ ਵੀ ਉਹਦੇ ਕੋਲ ਮਸੂਲ ਨਹੀਂ ਲੈ ਸਕਦਾ। ਜੋ ਸਾਗਤ ਲੋਕਾਂ ਨੇ ਧਨ ਇਕੱਠਾ ਕੀਤਾ ਪਾਪਾਂ ਦਾ, ਝੂਠ ਨਾਲ, ਹੇਰਾ ਫੇਰੀ ਦੇ ਨਾਲ ਇਹ ਇਕੱਠਾ ਹੁੰਦਾ, ਐਵੇਂ ਨਹੀਂ ਹੁੰਦਾ। ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ, ਅਤੇ ਉਹ ਇੱਕ ਚੀਜ਼ ਵੀ ਨਾਲ ਨਹੀਂ ਉਹਨਾਂ 'ਚੋਂ ਜਾਂਦੀ। ਇਸ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਜੋ ਦੱਸਿਆ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਮਹਾਰਾਜ ਮੈਂ ਬੇਨਤੀ ਕਰਾਂ ਤੇਰੇ ਅੱਗੇ, ਅਰਦਾਸ ਕਰ ਰਿਹਾ ਹਾਂ, ਇਹ ਇਸਤਰੀ ਰੂਪ ਜੀਵ ਮਹਾਰਾਜ ਕਿਰਪਾ ਕਰ, ਅਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ। ਅਤੇ ਅੱਗੇ ਕਿਹਾ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੇ। ਮਹਾਰਾਜ ਮੈਂ ਆਪਣੇ ਔਗਣਾ ਕਰਕੇ ਭਾਵ ਨਿਮਾਣੀ ਹਾਂ, ਮੈਂ ਕਿਹਦਾ ਮਾਣ ਕਰਾਂ, ਝੂਠੇ ਮਾਣ ਜਿਹੜੇ ਸਾਰੇ ਹਨ ਸੰਸਾਰ ਦੇ, ਅਤੇ ਤੇਰੇ ਤੋਂ ਬਿਨਾਂ ਕੋਈ ਸੱਚਾ ਮਾਣ ਨਹੀਂ। ਮਾਣ ਹੈ ਆਪਣੇ ਮਾਲਕ ਦਾ ਸੱਚਾ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਬਾਕੀ ਸਾਰੇ ਮਾਣ ਝੂਠੇ ਹਨ। ਅਤੇ ਇਸ ਕਰਕੇ ਨਿਤਾਣੀ ਤਾਂ ਸਰੀਰ ਕਰਕੇ ਵੀ ਮੇਰੇ ਕੋਲ ਕੋਈ ਤਾਕਤ ਨਹੀਂ, ਅਤੇ ਸ਼ੁੱਧ ਮਨ ਕਰਕੇ ਵੀ ਮੇਰੇ ਕੋਲ ਚੰਗੀ ਜਿਹੜੀ ਹੈ ਉਹ ਪਹੁੰਚ ਨਹੀਂ ਹੈ। ਇਸ ਕਰਕੇ ਮਹਾਰਾਜ ਤੂੰ ਕਿਰਪਾ ਕਰ, ਅਤੇ ਮੈਂ ਕਿਉਂ ਪਾਵੇ ਸੁਖ ਮਹਿਲੀ, ਅਤੇ ਮੈਂ ਚੰਗੇ ਮਹਿਲਾਂ ਵਿੱਚ ਆਣ ਕੇ ਤੇਰੇ ਬੈਕੁੰਠ ਧਾਮ ਵਿੱਚ, ਸੱਚਖੰਡ ਵਿੱਚ ਕਿਵੇਂ ਸੁਖ ਪ੍ਰਾਪਤ ਕਰ ਸਕਾਂ, ਤੇਰੀ ਜਿਹੜੀ ਪੁਰੀ ਹੈ ਉਹਨੂੰ ਕਿਵੇਂ ਪ੍ਰਾਪਤ ਕਰ ਸਕਾਂ। ਅਤੇ ਮਹਾਰਾਜ ਜੀ ਜਿਵੇਂ ਪੰਜਵੇਂ ਪਾਤਸ਼ਾਹ ਕਿਹਾ, ਰੰਗ ਸਭੇ ਨਰੈਣੇ ਜੇਤੇ ਮਨ ਭਵਨ। ਕਹਿੰਦੇ ਜਿਤਨੇ ਕੁ ਮਨ ਵਿੱਚ ਭਾਉਂਦੇ ਹਨ ਇਹ ਸਭ ਨਰੈਣੀ ਰੰਗ ਹਨ। ਇਹ ਪਰਮੇਸ਼ਰ ਦੇ ਕੌਤਕ ਹਨ। ਜੋ ਕੁਝ ਦੁਨੀਆ ਵਿੱਚ ਹੋ ਰਿਹਾ ਹੈ ਉਹ ਤੇ ਉਹਦੇ ਸਿਮਰਨ ਦੇ ਵਿੱਚ ਹੀ ਅਸਲ ਸਾਰੇ ਆਨੰਦ ਮਿਲਦੇ ਹਨ। ਜੋ ਵੀ ਮਨ ਵਿੱਚ ਚਾਹੁੰਦੇ ਹਨ ਸਾਨੂੰ ਅਸਲ ਆਨੰਦ ਮਿਲ ਜਾਵੇ, ਕਹਿੰਦੇ ਉਹ ਜਿਨ੍ਹਾਂ ਨੂੰ ਇਸ ਤਰ੍ਹਾਂ ਬਿਰਤੀ ਬਣ ਗਈ, ਜਿਨ੍ਹਾਂ ਦੀ ਸੋਝੀ ਆ ਗਈ, ਉਹਨਾਂ ਨੂੰ ਸਭ ਕੁਝ ਹੁੰਦਾ ਹੈ। ਫਿਰ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਕਹਿੰਦੇ ਜਿਹੜਾ ਪਰਮੇਸ਼ਰ ਨੂੰ ਜੋ ਚੰਗਾ ਲੱਗਦਾ ਉਹ ਜੀਵ ਕਰਦੇ ਹਨ, ਅਤੇ ਪਰਮੇਸ਼ਰ ਦੇ ਕੀਤੇ ਨੂੰ ਜੀਵ ਚੰਗਾ ਸਮਝਦੇ ਹਨ। ਕਿਉਂਕਿ ਖਸਮੇ ਸੋਈ ਭਾਵਦਾ, ਖਸਮੇ ਦਾ ਭਾਣਾ ਜਿਸ ਭਾਵੇ। ਮਾਲਕ ਨੂੰ ਉਹੀ ਚੰਗਾ ਲੱਗਦਾ ਜਿਹੜਾ ਉਹਦੇ ਕੀਤੇ ਨੂੰ ਚੰਗਾ ਕਹਿੰਦਾ ਹੈ। ਅਤੇ ਫਿਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਇਸ ਮਹੀਨੇ ਦੀ ਸੰਪੂਰਨਤਾ ਵਾਲੀ ਤੁਕ ਵਿੱਚ ਕਹਿ ਰਹੇ ਹਨ
ਨਮਾਣੀ ਨਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਧੰਨ ਗੁਰੂ ਨਾਨਕ ਦੇਵ ਸ੍ਰੀ ਗੁਰੂ ਜੀ ਆਖ ਰਹੇ ਹਨ, ਕਥਨ ਕਰ ਰਹੇ ਹਨ, ਕਿਰਪਾ ਕਰਦੇ ਹਨ ਮੁਖਾਰ ਬਿੰਦ ਪੁੱਤਰ ਰਸਨਾ ਤੋਂ। ਕਹਿੰਦੇ ਮਹਾਰਾਜ ਜਿਹੜੀ ਜੀਵ ਰੂਪ ਇਸਤਰੀ ਇਹ ਜੇਠ ਦੇ ਮਹੀਨੇ ਵਾਂਗ ਤੀਬਰ ਵਿਰਾਗ ਕੋ ਧਾਰ ਕੇ ਐਸੇ ਵਿਰਾਗ ਨੂੰ ਜਿਹਨੇ ਅਪਣਾ ਲਿਆ ਤੇ ਜਿਹਨੇ ਇਸ ਬਿਰਤੀ ਦੇ ਨਾਲ ਐਸੇ ਤਰੀਕੇ ਦੇ ਨਾਲ ਤੈਨੂੰ ਸਮਝ ਲਿਆ, ਪਛਾਣ ਲਿਆ, ਜਾਣ ਲਿਆ ਹੈ ਤੇ ਉਹ ਤੇਰੇ ਵਰਗੀ ਹੋ ਜਾਂਦੀ। ਉਹ ਜੇ ਫਰਕ ਨਹੀਂ, ਜਿਵੇਂ ਬਚਨ ਆਉਂਦਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ। ਪਰਮੇਸ਼ਰ ਦੇ ਸੇਵਕ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਜਿਹੜਾ ਹਰ ਵੇਲੇ ਨੂੰ ਚੰਗਾ ਚਾਹੁੰਦਾ ਹੈ ਮਾਲਕ ਨੂੰ, ਤੇ ਮਾਲਕ ਆਪਣੇ ਵਰਗਾ ਬਣਾ ਦਿੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੀ ਭਾਈ ਲਹਿਣੇ ਨੇ ਸੇਵਾ ਕੀਤੀ ਤੇ ਗੁਰੂ ਅੰਗਦ ਸਾਹਿਬ ਬਣਾ ਕੇ ਉਹਨਾਂ ਆਪਣਾ ਆਪ ਸਭ ਕੁਝ ਸੌਂਪ ਦਿੱਤਾ, ਆਪਣੀ ਜਗ੍ਹਾ ਇਹਨੂੰ ਬਖਸ਼ ਦਿੱਤੀ ਜਿਹੜੀ ਵੱਡੀ ਗੁਰਗੱਦੀ ਵਾਲੀ ਸੀ। ਇਸ ਕਰਕੇ ਪਰ ਜੇ ਤੇਰੀ ਕਿਰਪਾ ਹੋਵੇ, ਤੇਰੀ ਬਖਸ਼ਿਸ਼ ਹੋਵੇ ਤੇ ਤੇਰੀ ਰਹਿਮਤ ਦਾ ਕਰਕੇ ਇਹ ਜੀਵ ਇਸਤਰੀ ਚੰਗੇ ਗੁਣਾਂ ਵਿੱਚ ਮਿਲੀ ਹੈ। ਤੇ ਜੇ ਭਰਮਣੇ ਲੱਗ ਪਵੇ, ਕੋਈ ਭਰਮਾਂ ਦੇ ਵਿੱਚ ਪੈ ਜਾਵੇ, ਭੜਕਦਾ ਫਿਰੇ, ਇੱਕ ਥਾਂ ਨੂੰ ਛੱਡ ਕੇ ਹੋਰ ਚਲ ਗਿਆ, ਕਿਤੇ ਹੋਰ ਚਲ ਗਿਆ, ਜਿਹੜੀ ਸਾਡੀ ਆਦਤ ਹੈ ਅੱਜ ਕੱਲ੍ਹ। ਕਿਉਂ ਜਿੰਨਾ ਚਿਰ ਬਹੁਤਿਆਂ ਦੇ ਹੁੰਦੇ ਹਾਂ ਉਹਨਾਂ ਚਿਰ ਕਿਤੇ ਵੀ ਕਾਰਜ ਰਾਸ ਨਹੀਂ ਹੁੰਦਾ। ਜੋ ਇਸ ਕਰਕੇ ਜਿਹੜੇ ਤੇ ਤੇਰੀ ਕਿਰਪਾ ਹੈ ਸ਼ੁਭ ਗੁਣਾਂ ਦੀ, ਉਹ ਤੇਰੇ ਨਾਲ ਮਿਲ ਜਾਂਦਾ ਹੈ ਜੀਵ। ਤੇ ਇਸ ਕਰਕੇ ਜਿਹਨੂੰ ਤੂੰ ਫਿਰ ਉਹਦੀ ਬਿਰਤੀ ਸਹੀ ਵੇਖ ਕੇ, ਉਹਦਾ ਮਨ ਸਾਫ਼ ਵੇਖ ਕੇ, ਉਹ ਰੂਹ, ਉਹ ਜੀਵ ਇਸਤਰੀ ਜਿਹੜੀ ਇਹਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਉਸ ਰੂਹ ਨੂੰ ਪਕੜ ਕੇ ਆਪਣੇ ਨਾਲ ਜੋੜ ਲੈਂਦਾ ਹੈ। ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਇਸ ਕਰਕੇ ਫਿਰ ਤੇਰੀ ਐਸੀ ਕਿਰਪਾ ਹੋ ਜਾਂਦੀ ਹੈ। ਤੇ ਮਹਾਰਾਜ ਜੀ ਕਥਨ ਕਰਦੇ, ਇਸ ਕਰਕੇ ਭਾਈ ਜਿਨ੍ਹਾਂ ਨੇ ਇਹ ਬਚਨਾਂ ਨੂੰ ਅਪਣਾ ਲਿਆ ਤੇ ਉਹਦੇ ਹੋ ਗਏ। ਤੇ ਫਿਰ ਪੰਜਵੇਂ ਪਾਤਸ਼ਾਹ ਵੀ ਕਥਨ ਕੀਤਾ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ। ਜੋ ਮਨੁੱਖ ਪ੍ਰਭੂ ਨੇ ਆਪਣੇ ਬਣਾ ਲਏ, ਆਪਣੇ ਵੱਲ ਲੈ ਆਉਂਦੇ ਹਨ, ਉਹ ਧਨ ਕਹੇ ਜਾਂਦੇ ਹਨ। ਉਹਨਾਂ ਦੀ ਜਿੰਨੀ ਸੋਭਾ ਹੋ ਜਾਵੇ ਥੋੜ੍ਹੀ ਹੈ। ਜਿਵੇਂ ਕਿਹਾ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚੇਤਾਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਕ ਵਾਰਾਨੀ ਉਹਨੂੰ ਸਦਾ ਹੀ ਨਮਸਕਾਰਾਂ ਹੁੰਦੀਆਂ ਹਨ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸਗਲ ਸਮੂਹ ਲੈ ਉਧਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਤੇ ਫਿਰ ਇਸ ਤਰ੍ਹਾਂ ਕਿਹਾ ਕਿ ਭਗਤਾਂ ਦਾ ਜਨਮ ਜਿਹੜਾ ਹੈ ਉਹ ਸਫਲ ਹੋ ਗਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪੁੱਤਰਾਂ ਵਾਲਾ ਬਣਾ ਲਿਆ। ਕਿਉਂਕਿ ਸਿਆਣਿਆਂ ਦਾ ਕਥਨ ਹੈ, ਭਗਤ ਪਿਆਰੇ ਰੱਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ। ਜਿਵੇਂ ਮਾਂ ਨੂੰ ਪੁੱਤ ਪਿਆਰਾ ਲੱਗਦਾ, ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਮਾਂ ਨੂੰ ਉਹੀ ਪੁੱਤ ਚੰਗਾ ਲੱਗਦਾ ਹੈ। ਤੇ ਇਸ ਕਰਕੇ ਨਹੀਂ ਤੇ ਪਰਮੇਸ਼ਰ ਨੂੰ ਕਿਸੇ ਇਹ ਨਹੀਂ ਸੀ ਕਹਿਣਾ ਦੇ ਕਿਹੜੇ ਪੁੱਤ ਹਨ। ਪੁੱਤਾਂ ਤੋਂ ਬਿਨਾਂ ਸਮਝਿਆ ਜਾਂਦਾ ਸੀ। ਅੱਜ ਉਹ ਪੁੱਤਰਾਂ ਵਾਲਾ ਹੋ ਗਿਆ। ਜਦੋਂ ਉਹਨੂੰ ਯਾਦ ਕਰਨ ਵਾਲੇ ਭਗਤ ਪੈਦਾ ਹੋ ਗਏ, ਸੰਤ ਮਹਾਂਪੁਰਖ ਪੈਦਾ ਹੋ ਗਏ, ਜਿਹੜੇ ਰਾਤ ਦਿਨ ਉਹਨੂੰ ਮਿਲੇ ਹਨ, ਯਾਦ ਕਰਦੇ, ਤੇ ਸੰਸਾਰ ਦੇ ਲੋਕਾਂ ਨੂੰ ਵੀ ਉਹਨਾਂ ਨੇ ਉਧਰ ਨਾਲ ਜੋੜ ਦਿੱਤਾ। ਉਹ ਸਾਰੇ ਤਰ ਗਏ ਜਿਨ੍ਹਾਂ ਨੇ ਪਰਮੇਸ਼ਰ ਪ੍ਰਭੂ ਨੂੰ, ਵਾਹਿਗੁਰੂ ਨੂੰ ਪਛਾਣ ਲਿਆ ਹੈ। ਤੇ ਇਸ ਕਰਕੇ ਭਾਵੇਂ ਕੋਈ ਵੱਡੇ ਤੋਂ ਵੱਡਾ ਰਾਜਾ ਵੀ ਹੋਵੇ, ਉਹ ਧਨ ਕਹਿਣ ਦੇ ਯੋਗ ਨਹੀਂ। ਤੇ ਜਿਹਦੇ ਅੰਦਰੋਂ ਪਰਮੇਸ਼ਰ ਕਦੇ ਭੁੱਲਦਾ ਨਹੀਂ, ਉਦੋਂ ਵੱਡਾ ਕੋਈ ਰਾਜਾ ਨਹੀਂ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਮਨ ਉਹਦੇ ਪ੍ਰੇਮ ਵਿੱਚ ਸਦਾ ਭਿੱਜਾ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਜਿੰਨੀ ਵੱਧ ਉਹਦੇ ਨਾਲ ਤਾਕਤ ਹੈ ਉਹਦੇ ਕੋਲ। ਤੇ ਫਿਰ ਆਪਣੇ ਆਪ ਨਹੀਂ ਕੋਈ ਯਤਨ, ਨਾ ਕੋਈ ਚਿਤਰਾਈ, ਨਾ ਕੋਈ ਹੰਕਾਰ ਨਾ ਕਹਿ ਸਕਦਾ। ਜੇ ਆਪਣੇ ਆਪ ਕੋਈ ਕਰ ਸਕਦਾ ਹੋਵੇ ਤਾਂ ਵਿਛੜ ਕੇ ਰੋਣ ਕਿਉਂ ਜੀਵ। ਜਿਵੇਂ ਗੁਰੂ ਅਰਜਨ ਦੇਵ ਜੀ ਕਿਹਾ ਹੈ, ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਨ। ਸਤਿਗੁਰਾਂ ਦੇ ਬਚਨਾਂ ਕਰਕੇ, ਉਪਦੇਸ਼ ਤੋਂ ਬਿਨਾਂ, ਉਹਨਾਂ ਦੇ ਬਚਨਾਂ ਤੋਂ ਬਿਨਾਂ ਆਪਣੇ ਯਤਨ ਕਰਨ ਨਾਲ
ਆਪਣਾ ਕੀਤਾ ਜੇ ਰੱਬ ਮਿਲ ਸਕਦਾ ਹੋਵੇ, ਯਤਨ ਕਿਆ ਜਿਹੜਾ ਜੋ ਵੀ ਕਰਦਾ ਹੈ ਉਹ ਯਤਨ ਨਾਲ ਜੋ ਮਿਲ ਸਕਦਾ ਹੋਵੇ, ਚਤਰਾਈ ਨਾਲ, ਸਿਆਣਪਾਂ ਨਾਲ, ਹੰਕਾਰ ਨਾਲ, ਤੇ ਜਿਹੜੇ ਵਿਛੜ ਗਏ ਉਹਨਾਂ ਨੂੰ ਰੋਣ ਦੀ ਕੀ ਲੋੜ, ਉਹ ਕਹਿਣ ਫਿਰ ਮਿਲ ਜਾਵਾਂਗੇ। ਦਸਵੇਂ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਕਥਨ ਕੀਤਾ, ਤਾਪ ਕੇ ਸਹੇ ਤੇ ਜੋ ਪਾਈਏ ਅਤਾਪ ਨਾਥ, ਤਾਪ ਨਾ ਅਨੇਕ ਤਨ ਘਾਇਲ ਸਹਿਤ ਹੈ। ਕਹਿੰਦੇ ਜਿਹੜੇ ਤਪ ਕਰਦੇ ਹਨ, ਬੜੇ ਬੜੇ ਧੂਣੀਆਂ ਤਾ ਕੇ ਤਪ ਕਰਦੇ ਹਨ, ਜੇ ਧੂਣੀਆਂ ਦੇ ਸੇਕ ਦੇ ਨਾਲ ਹੀ ਰੱਬ ਮਿਲ ਸਕਦਾ ਹੋਵੇ ਤੇ ਅਨੇਕਾਂ ਐਸੇ ਤਪ ਤਾ ਕੇ ਧੂਣੀਆਂ ਤਾ ਕੇ ਬੈਠੇ ਹਨ। ਤਾਂ ਹੀ ਕਿਸੇ ਨੇ ਵਿਦਵਾਨ ਨੇ ਕਥਨ ਕੀਤਾ ਹੈ, ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ, ਭਾਵੇਂ ਸੈਂਕੜੇ ਧੂਣੀਆਂ ਤਾਈ ਬੈਠੇ। ਇਸ ਕਰਕੇ ਤੇ ਫਿਰ ਸਭ ਕੁਝ ਹੋ ਜਾਂਦਾ ਹੈ। ਤੇ ਫਿਰ ਕਿਆ ਹੈ, ਹੰਕਾਰ ਕਰਕੇ ਜਾਂ ਕਿਸੇ ਸਵਾਰਥ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤੇ ਫਿਰ ਕਹਿੰਦੇ ਜਿਵੇਂ ਸੰਖ ਰੌਲਾ ਪਾਉਂਦਾ ਹੈ, ਉਹ ਧਾਵਾਂ ਮਾਰ ਕੇ ਸਾਨੂੰ ਦੱਸਦਾ ਸੰਖ ਦੀ ਮਰਜ਼ਾਦਾ ਵੀ ਕੋਈ ਮਾੜੀ ਨਹੀਂ, ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਇਸ ਕਰਕੇ ਕਿਉਂਕਿ ਪਿਛਲੇ ਸਮੇਂ ਤੋਂ ਸੰਤਾਂ ਮਹਾਂਪੁਰਖਾਂ ਦੀ, ਸੂਰਮਿਆਂ ਦੀ, ਇਹਨਾਂ ਦੀ ਆਪੋ ਆਪਣੀ ਕੋਈ ਕਿਸੇ ਚੀਜ਼ ਦੀ ਆਵਾਜ਼ ਹੁੰਦੀ ਸੀ, ਪਤਾ ਲੱਗ ਜਾਂਦਾ ਸੀ ਕਿ ਇਸ ਵੇਲੇ ਚੰਗੇ ਪਾਸੇ ਉਹਨਾਂ ਨੇ ਕੋਈ ਕੰਮ, ਕੋਈ ਸਾਧਨ, ਕੋਈ ਪਰਮੇਸ਼ਰ ਨਾਲ ਜੁੜਨ ਦਾ, ਕੋਈ ਕਿਸੇ ਨੂੰ ਤਾਰਨ ਦਾ, ਕੋਈ ਭਲੇ ਪੁਰਖ ਨੂੰ ਮਿਲਣ ਦਾ, ਕੋਈ ਜ਼ੁਲਮ ਨੂੰ ਖਤਮ ਕਰਨ ਵਾਸਤੇ ਇਹ ਆਵਾਜ਼ਾਂ ਦਿੱਤਾ ਹੈ। ਇਸ ਕਰਕੇ ਅਸੀਂ ਪੁਰਾਣੀਆਂ ਰੀਤਾਂ ਸਭ ਭੁੱਲ ਗਏ। ਹੁਣ ਸੰਖ ਨੂੰ ਕਹਿ ਦਿੰਦੇ ਜੀ ਇਹ ਮਰਜ਼ਾਦਾ ਨਹੀਂ, ਨਗਾਰੇ ਬਣਾ ਲਏ ਕੋਈ ਵਜਾਉਂਦਾ ਨਹੀਂ, ਸਾਰੇ ਵਰਤੋਂ ਨਹੀਂ ਕਰਦੇ, ਅਤੇ ਇਕੱਲੀਆਂ ਟੱਲੀਆਂ ਦੇ ਨਾਲ ਥੋੜ੍ਹੀ ਗੱਲ ਬਣਦੀ, ਉਹਦੀ ਕੋਈ ਆਵਾਜ਼ ਦਾ ਪਤਾ ਨਹੀਂ ਲੱਗਦਾ। ਸੰਖ ਜਿੱਥੇ ਵੀ ਵੱਜੇ, ਭਾਵੇਂ ਕਿੰਨੇ ਸਾਧਨਾਂ ਨਾਲ, ਆਪ ਵਿਚਾਰ ਕਰਕੇ ਵੇਖ ਲਓ, ਸੰਖ ਦੀ ਆਵਾਜ਼ ਆਵੇਗੀ, ਪਤਾ ਨਹੀਂ ਕਿੰਨਿਆਂ ਦੇ ਮੂੰਹ ਬਦੋ ਬਦੀ ਐਟੋਮੈਟਿਕ ਹੀ ਵਾਹਿਗੁਰੂ ਨਿਕਲ ਆਉਂਦਾ ਹੈ। ਜੇ ਸਪੀਕਰਾਂ ਦੀ ਭਾਵੇਂ ਕਿੰਨੀ ਆਵਾਜ਼ ਹੋਵੇ, ਲੋਕ ਰੌਲਾ ਪਾਉਣੋਂ ਹੀ ਨਹੀਂ ਹਟਦੇ, ਕਿਸੇ ਨੂੰ ਪਤਾ ਨਹੀਂ ਮੁੱਖ ਵਾਕ ਕੀ ਆਇਆ ਹੈ। ਕਈ ਵਾਰ ਕੋਈ ਸੂਚਨਾ ਵੀ ਜ਼ਰੂਰੀ ਹੋਵੇ, ਸੁਣੀ ਨਹੀਂ ਜਾਂਦੀ, ਪਰ ਸੰਖ ਦੀ ਆਵਾਜ਼ ਦੇ ਨਾਲ ਬਹੁਤੇ ਆਮ ਜੀਵਾਂ 'ਤੇ ਅਸਰ ਪੈਂਦਾ ਹੈ, ਕਿਉਂਕਿ ਮੰਨੀ ਗਈ ਚੀਜ਼ ਹੈ ਕਿ ਇੱਕ ਖਾਸ ਮੌਕੇ 'ਤੇ ਵਜਾਇਆ ਜਾਂਦਾ ਹੈ। ਪੁਰਾਣੇ ਸੰਤ ਮਹਾਂਪੁਰਸ਼ ਵੀ ਐਸੀਆਂ ਆਵਾਜ਼ਾਂ ਵਰਤਦੇ ਹਨ। ਅਤੇ ਜਿਹੜਾ ਵੀ ਪਰਮੇਸ਼ਰ ਨਾਲ ਕੋਈ ਜੋੜਨ ਵਾਲੀ ਚੀਜ਼ ਹੈ, ਜਿਹਦੇ ਨਾਲ ਰੱਬ ਚੇਤੇ ਆਉਂਦਾ, ਉਹਨੂੰ ਮਾੜਾ ਕਿਉਂ ਕਹਿਣਾ, ਉਹਨੂੰ ਬੰਦ ਕਿਉਂ ਕਰਨਾ? ਜਿਹੜਾ ਬੰਦ ਕਰਨਾ ਵੱਡਾ ਪਾਪ ਹੈ। ਜਿਹਦੇ ਨਾਲ ਰੱਬ ਚੇਤੇ ਆਵੇ, ਜਿਹੜਾ ਰੱਬ ਨਾਲ ਜੋੜਦਾ ਹੈ, ਉਹ ਧਨ ਹੈ। ਜਿਹੜੀ ਚੀਜ਼, ਜਿਹੜਾ ਕੋਈ ਵਿਅਕਤੀ ਰੱਬ ਤੋਂ ਦੂਰ ਕਰਦਾ, ਉਹਦੇ ਤੋਂ ਸੰਕੋਚ ਰੱਖੋ, ਸੁਚੇਤ ਰਹੋ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਰਹਿਨੈਰ ਬਸ਼ੋਰਿਆ ਰਹੋ ਰੇ ਸੰਖ ਮਜਹੂਰ, ਦੇਵਲ ਦੇਵਲ ਧਾਰੀ ਦੇਸੇ ਉਗਵਤ ਸੂਰ। ਸੰਖ ਜਿਹੜਾ ਹੈ ਉਹ ਜਦੋਂ ਸਵੇਰੇ ਅੰਮ੍ਰਿਤ ਵੇਲਾ ਹੁੰਦਾ ਹੈ, ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜੋ ਰੱਬ ਦਾ ਨਾਂ ਆਰੰਭ ਹੁੰਦਾ ਹੈ, ਨਿਤਨੇਮ ਸਿਮਰਨ ਸ਼ੁਰੂ ਹੁੰਦਾ ਹੈ, ਅਤੇ ਸੰਗਤਾਂ ਨੂੰ ਆਵਾਜ਼ ਦਿੱਤੀ ਜਾਂਦੀ ਸੀ। ਅੱਜ ਤਾਂ ਸਪੀਕਰ ਹੈ, ਪਹਿਲਾਂ ਸਪੀਕਰ ਵੀ ਨਹੀਂ ਸੀ। ਅਤੇ ਇਸ ਕਰਕੇ ਉਹ ਸੰਖ ਦੀ ਆਵਾਜ਼ ਜਿਹੜੀ ਹੈ, ਉਹ ਤੋਂ ਸਿੱਖਿਆ ਇਹ ਮਿਲਦੀ, ਸੰਖ ਸਮੁੰਦਰ ਤੋਂ ਵਿਛੜਿਆ ਹੋਇਆ ਹੈ। ਭਾਈ ਗੁਰਦਾਸ ਜੀ ਕਹਿੰਦੇ, ਸੰਖ ਸਮੁੰਦਰੋਂ ਸਖਣਾ ਰੋਵੇ ਦੇ ਤਾਂ। ਸਮੁੰਦਰ ਤੋਂ ਵਿਛੜ ਕੇ ਸਖਣਾ ਹੋ ਗਿਆ, ਪਾਣੀ ਤੋਂ ਬਿਨਾਂ, ਸਮੁੰਦਰ ਤੋਂ ਬਿਨਾਂ ਉਹ ਸੰਖ ਜਿਹੜਾ ਸੀ ਵਿਛੜ ਗਿਆ, ਅਤੇ ਹੁਣ ਤੁਰਿਆ ਫਿਰਦਾ ਵਿਛੜ ਕੇ। ਜਦੋਂ ਉਹ ਆਵਾਜ਼, ਉਹਨੂੰ ਫੂਕ ਮਾਰੀ ਦੀ ਹੈ, ਅਸੀਂ ਕਹਿੰਦੇ ਸੰਖ ਦੀ ਆਵਾਜ਼ ਆਉਂਦੀ, ਸੰਖ ਕੂਕਾਂ ਮਾਰਦਾ ਹੈ ਕਿ ਮੈਂ ਸਮੁੰਦਰ ਤੋਂ ਵਿਛੜ ਗਿਆ, ਕਦੋਂ ਮੇਰਾ ਮਿਲਾਪ ਹੋਵੇਗਾ। ਇਹ ਤੋਂ ਸਿੱਖਿਆ ਸਾਨੂੰ ਇਹ ਮਿਲਦੀ ਕਿ ਭਾਈ ਸੰਖ ਦੀ ਆਵਾਜ਼ ਸੁਣ ਕੇ ਕਹੋ, ਵਾਹਿਗੁਰੂ ਅਸੀਂ ਵੀ ਤੇਰੇ ਤੋਂ ਵਿਛੜੇ, ਸਾਨੂੰ ਆਪਣੇ ਨਾਲ ਮਿਲਾ ਲੈ। ਇਸ ਕਰਕੇ ਕੋਈ ਸਾਡੇ ਵਿੱਚ ਅਣਜਾਣ ਲੋਕ ਅਤੇ ਸ਼ਰਾਰਤੀ ਲੋਕ ਆ ਗਏ, ਜਿਨ੍ਹਾਂ ਨੇ ਹਰ ਗੱਲ 'ਤੇ ਸਾਨੂੰ ਭੜਕਾ ਦਿੱਤਾ। ਪਰਮੇਸ਼ਰ ਕਿਰਪਾ ਕਰਕੇ ਸੋਝੀ ਬਖਸ਼ੇ। ਅਤੇ ਇਸ ਕਰਕੇ ਆਪਣੀ ਮਰਜ਼ੀ ਦੇ ਨਾਲ ਨਹੀਂ, ਕੋਈ ਉਹਨੂੰ ਹੰਕਾਰ ਦੇ ਨਾਲ, ਚਤਰਾਈ ਨਾਲ ਨਹੀਂ ਪਾ ਸਕਿਆ। ਫਿਰ ਕਹਿਣ ਲੱਗੇ ਮਹਾਰਾਜ, ਸਿੱਖ ਕਹਿੰਦੇ ਉਹਦੀ ਫਿਰ ਪ੍ਰਾਪਤੀ ਕਿਵੇਂ ਹੋਵੇ? ਅਤੇ ਸਤਿਗੁਰਾਂ ਨੇ ਫਿਰ ਉੱਥੇ ਉਹੀ ਕਿਰਪਾ ਕੀਤੀ ਹੈ, ਨਾਨਕ ਜੇਠ ਜਾਣੇ ਤਿਸ ਜੈਸੀ, ਕਰਮ ਮਿਲੇ ਗੁਣ ਗਹਿਲੀ। ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਵਰਗੇ ਕਰ ਲਿਆ ਹੈ, ਰੂਹਾਂ ਆਪਣੇ ਵਰਗੀ ਜਿਹੜੀ ਰੂਹ ਬਣਾ ਲਈ ਹੈ, ਪਰਮੇਸ਼ਰ ਦੇ ਪਿਆਰੇ ਜਿਹੜੇ ਹਨ, ਅਤੇ ਉਹਨਾਂ ਦੀ ਗੱਲ, ਉਹਨਾਂ ਦੀ ਅਵਸਥਾ, ਉਹਨਾਂ ਦੀ ਮਹਿਮਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੂੰ ਸਾਧੂਆਂ ਦੇ ਸੰਗ ਹੋਏ ਹਨ, ਸਾਧੂ ਉਹ ਹੈ ਜਿਹਨੇ ਆਪਣੇ ਮਨ ਨੂੰ, ਇੰਦਰੀਆਂ ਨੂੰ ਸਾਧ ਲਿਆ, 9 ਦੁਆਰੇ ਸਾਧ ਕੇ ਫਿਰ ਸਾਧ ਸਦਾ ਬਣ ਸਕਦਾ ਹੈ, ਫਿਰ ਸਾਧ ਕਹਾ ਸਕਦਾ ਹੈ।
ਇਸ ਕਰਕੇ ਸਾਨੂੰ ਤੇ ਵੀ ਨਹੀਂ ਪਤਾ ਸਾਡੇ ਕਿੰਨੇ ਦੁਆਰੇ ਵਿਗੜੇ ਹਨ, ਕਿੰਨਾ ਕੁ ਕੋਈ ਸੌ ਰਿਹਾ ਨਹੀਂ, ਸਾਧਿਆ ਕਿਸੇ ਨੂੰ ਨਹੀਂ, ਸਾਧਨ ਦੇ ਵੱਲ ਯਤਨੀ ਉਦਮ ਹੀ ਨਹੀਂ ਕੀਤਾ। ਪਰਮੇਸ਼ਰ ਕਿਰਪਾ ਕਰੇ। ਅਤੇ ਇਸ ਕਰਕੇ ਸਾਧ ਦੀ ਅਵਸਥਾ ਬੜੀ ਉੱਚੀ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਉਹ ਵੀ ਨਹੀਂ, ਵੇਦ ਗ੍ਰੰਥ ਵੀ ਨਹੀਂ ਸਾਰੀ ਕਹਿ ਸਕਦੇ ਮਹਿਮਾ, ਜਿੰਨੀ ਕਿਸੇ ਲਿਖਣ ਵਾਲੇ ਨੂੰ ਪਤਾ ਉਨੀ ਉਹਦੇ ਵਿੱਚ ਦੱਸੀ ਹੈ, ਅੰਤ ਨਹੀਂ। ਇਸ ਕਰਕੇ ਜਿਨ੍ਹਾਂ ਨੇ ਸੰਤਾਂ ਦੀ ਸਾਧੂਆਂ ਦੀ ਸੰਗਤ ਕੀਤੀ ਹੈ ਅਤੇ ਜਿਨ੍ਹਾਂ ਨੂੰ ਪਰਮੇਸ਼ਰ ਮਿਲਿਆ ਹੈ ਉਹਦੇ ਨਾਲ ਇੱਕਮਿਕ ਹੋ ਗਏ ਹਨ, ਉਹਦੇ ਆਨੰਦ ਨੂੰ ਸਦਾ ਮਾਣਦੇ, ਜਿਹੜਾ ਆਨੰਦ ਕਦੇ ਖਤਮ ਨਹੀਂ ਹੁੰਦਾ। ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਅਤੇ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਕਿਹਾ ਉਹਨਾਂ ਵਾਸਤੇ ਮਹੀਨਾ ਚੰਗਾ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਿਹਾ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਹਰ ਜੇਠ ਰੰਗੀਲਾ ਤਿਸਤਣੀ ਜਿਸ ਕਹਿ ਭਾਗ ਮਥਨ। ਜੇਠ ਦੇ ਮਹੀਨੇ ਵਿੱਚ ਮਹਾਰਾਜ ਜੀ ਕਹਿੰਦੇ ਹਨ, ਇਸ ਮਹੀਨੇ ਦੇ ਦੁਆਰਾ ਸਿੱਖਿਆ ਦੇ ਰਹੇ ਹਨ ਕਿ ਭਾਈਓ ਮਾਲਕ ਹਰੀ ਦੀ ਅਭੇਦਤਾ ਦਾ ਆਨੰਦ, ਉਹਦੇ ਨਾਲ ਇੱਕਮਿਕ ਹੋਣ ਦਾ ਜਿਹੜਾ ਪਰਮੇਸ਼ਰ ਦਾ ਇਹ ਜਿਹੜਾ ਬਖਸ਼ਿਸ਼ ਹੈ, ਦਾਤ ਬਖਸ਼ੀ ਹੈ, ਨੇ ਬਲ ਬਖਸ਼ਿਆ ਹੈ, ਉਹ ਪ੍ਰਾਪਤ ਤਾਂ ਹੁੰਦਾ ਜਿਸ ਦੇ ਮੱਥੇ ਦੇ ਚੰਗੇ ਭਾਗ ਹਨ। ਇਹਨਾਂ ਗੱਲਾਂ ਨੂੰ ਸੁਣ ਕੇ ਮੰਨ ਲੈਂਦਾ, ਫਿਰ ਉਹਦੇ ਅਨੁਸਾਰ ਉਹਦਾ ਜੀਵਨ ਬਣ ਜਾਂਦਾ ਅਤੇ ਉਹ ਪਰਮੇਸ਼ਰ ਨਾਲ ਮਿਲ ਜਾਂਦਾ। ਜਿਵੇਂ ਮਹਾਰਾਜ ਕਿਹਾ ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਜਿਹਨੇ ਸਾਰੀ ਜ਼ਹਿਰ ਰੂਪੀ ਸਮੱਗਰੀ ਛੱਡ ਦਿੱਤੀ, ਵਿਸ਼ੇ ਵਿਕਾਰਾਂ ਨੂੰ ਛੱਡ ਦਿੱਤਾ, ਵਿਰਾਗ ਆ ਗਿਆ ਮਨ ਦੇ ਵਿੱਚ, ਅਤੇ ਕਹਿੰਦੇ ਹਨ ਉਹਦੇ ਮੱਥੇ ਦੇ ਭਾਗ ਚੰਗੇ ਹਨ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਤੁਖਾਰੀ ਰਾਗ ਦੇ ਵਿੱਚ ਵੀ ਇੱਥੇ ਸੰਪੂਰਨਤਾ ਕੀਤੀ ਸੀ, ਜੋ ਉਸ ਸਮੇਂ ਜਦੋਂ ਉਚਾਰਨ ਕੀਤਾ ਸਾਡੇ ਵਾਸਤੇ ਅੱਜ ਵੀ ਉਹ ਸਦਾ ਹੀ ਹੁਕਮ ਜਿਹੜਾ ਹੈ ਲਾਗੂ ਹੈ। ਸਦਾ ਵਾਸਤੇ ਬਾਣੀ ਗਵਾਹੀ ਦੇ ਰਹੀ ਹੈ, ਪੁਕਾਰਦੀ ਹੈ, ਸਦਾ ਵਾਸਤੇ ਭਲਾ ਕਰਦੀ, ਪਰਉਪਕਾਰ ਕਰਦੀ ਹੈ। ਕਿਉਂਕਿ ਇੱਕ ਸਮੇਂ ਦੀ ਨਹੀਂ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਬੇਨਤੀ ਤਾਂ ਕੀਤੀ ਗਈ ਕਿ ਜਦੋਂ ਇਹ ਉਚਾਰਿਆ ਮਹਾਰਾਜ ਨੇ ਅਤੇ ਸਦਾ ਵਾਸਤੇ ਇਹ ਕੰਮ ਆਉਣ ਵਾਲੀ ਬਾਣੀ ਗਵਾਹੀ ਦੇਣ ਵਾਲੀ ਹੈ, ਸਾਥ ਨਿਭਾਉਣ ਵਾਲੀ ਹੈ। ਇਸ ਕਰਕੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਿਆ ਮਨ ਆਏ। ਅਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਵਾਸਤੇ ਇਹ ਭਾਈ ਮਹੀਨਾ ਸਫਲਾ ਹੈ, ਜਿਹੜੇ ਉਹਦੇ ਨਾਲ ਜੁੜ ਗਏ। ਪਰਮੇਸ਼ਰ ਕਿਰਪਾ ਕਰੇ ਸੋ ਸਰਬੱਤ ਸੰਗਤਾਂ ਨੂੰ ਆਪਣੇ ਹੁਕਮ ਅਨੁਸਾਰ ਮਹਾਰਾਜ ਚਲਾਵੇ, ਵਾਧ ਘਾਟ ਤੋਂ ਬਚਾਈ ਰੱਖੇ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਇਹਨੇ ਸਮੇਂ ਵਿੱਚ ਇੰਨਾ ਕੁਝ ਕਹਿੰਦਿਆਂ ਹੈ ਮੂਰਖ ਪਾਪੀ ਕੂਕਰ ਜੀਵ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ। ਗੁਰੂ ਕੀ ਸਾਧ ਸੰਗਤ ਸਤਿਗੁਰੂ ਪਰਮੇਸ਼ਰ ਮਹਾਂਪੁਰਖ ਬਖਸ਼ਣ ਯੋਗ ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ,